ਅੱਜ ਦਾ ਆਪਣਾ ਟੌਪਿਕ ਹੈ ਇਨਵਰਸ ਟ੍ਰਿਗਨੋਮੈਟ੍ਰਿਕ। ਔਰ ਇਨਵਰਸ ਟ੍ਰਿਗਨੋਮੈਟ੍ਰਿਕ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਟ੍ਰਿਗਨੋਮੈਟ੍ਰਿਕ ਰੇਸ਼ੋਜ਼ ਹੁੰਦੀਆਂ ਕੀ ਆ ਔਰ ਇਹਦੇ ਅਲੱਗ-ਅਲੱਗ ਐਂਗਲਸ ਦੇ ਉੱਤੇ ਇਹਦੀਆਂ ਕੀ ਵੈਲਿਊਜ਼ ਆ, ਉਹਨਾਂ ਦਾ ਕਿੱਦਾਂ ਟੇਬਲ ਬਣਦਾ ਆ, ਪਹਿਲਾਂ ਉਹ ਸਾਨੂੰ ਜਾਣਨਾ ਹੋਏਗਾ। ਨੌਨ ਮੈਡੀਕਲ ਔਰ ਮੈਡੀਕਲ ਦੇ ਨਾਲ ਰਿਲੇਟਡ ਜਿੰਨੀਆਂ ਵੀ ਵੀਡੀਓਜ਼ ਤੁਹਾਨੂੰ ਚਾਹੀਦੀਆਂ ਆ, ਮੈਥਸ ਦੀਆਂ, ਫਿਜ਼ਿਕਸ ਦੀਆਂ, ਕਿਸੇ ਵੀ ਟੌਪਿਕ ਦੀਆਂ, ਸਾਨੂੰ ਵੱਧ ਤੋਂ ਵੱਧ ਫੋਲੋ ਕਰੋ ਔਰ ਕਮੈਂਟ ਬਾਕਸ ਦੇ ਵਿੱਚ ਸਾਨੂੰ ਦੱਸੋ ਤਾਂ ਕਿ ਅਸੀਂ ਤੁਹਾਡੀ ਨੌਲੇਜ ਵਧਾ ਸਕੀਏ। ਨਾਓ ਟ੍ਰਿਗਨੋਮੈਟ੍ਰਿਕ ਰੇਸ਼ੋਜ਼ ਜਿਹੜੀਆਂ ਆ 6 ਤਰ੍ਹਾਂ ਦੀਆਂ ਹੁੰਦੀਆਂ ਆ: ਸਾਈਨ, ਕਾਸ, ਟੇਂਜੈਂਟ, ਕੋਸੀਕੈਂਟ, ਸੀਕੈਂਟ ਐਂਡ ਕਾਟ। ਔਰ ਜਿਹੜਾ ਪਿੱਛੇ ਐਂਗਲ ਲੱਗਾ ਨਾ ਥੀਟਾ, ਇਹਦੀ ਥਾਂ 'ਤੇ ਕੋਈ ਵੀ ਹੋਰ ਐਂਗਲ ਹੋ ਸਕਦਾ ਆ, ਇਸ ਕਰਕੇ ਇਸ ਚੀਜ਼ ਲਈ ਘਬਰਾਉਣਾ ਨਹੀਂ। ਨਾਓ ਹੁਣ ਅਸੀਂ ਜਾਣਦੇ ਹਾਂ ਕਿ ਇਹਨਾਂ ਦਾ ਟੇਬਲ ਕਿੱਦਾਂ ਬਣਦਾ ਆ। ਟੇਬਲ ਬਣਾਉਣ ਦੇ ਲਈ ਬਹੁਤ ਸਿੰਪਲ ਚੀਜ਼ ਆ। ਸਭ ਤੋਂ ਪਹਿਲਾਂ ਸਾਨੂੰ 0 ਤੋਂ ਲੈ ਕੇ 0 1 2 3 4 ਬਸ ਲਿਖ ਲਿਆ, ਸਿੰਪਲ। ਦੈਨ ਹਰੇਕ ਚੀਜ਼ ਨੂੰ 4 ਦੇ ਨਾਲ ਡਿਵਾਈਡ ਕਰ ਦਿਓ। ਨਾਓ ਜਿਹੜੀ ਚੀਜ਼ ਕੱਟ ਹੋ ਸਕਦੀ ਆ ਉਹਨੂੰ ਕੱਟ ਦਿਓ, ਅਦਰਵਾਈਜ਼ ਐਦੀ ਰਹਿਣ ਦਿਓ। ਡਨ। ਨਾਓ ਹਰ ਇੱਕ ਦਾ ਅੰਡਰ ਦੀ ਰੂਟ ਪਾ ਦਿਓ। ਬਹੁਤ ਸਿੰਪਲ ਚੀਜ਼ ਆ। ਹੁਣ ਅਸੀਂ ਸਭ ਤੋਂ ਪਹਿਲਾਂ ਫਸਟ ਥੀਟੇ ਦੀ ਜਿਹੜੀ ਸਾਈਨ ਆ, ਫਸਟ ਸਾਡੀ ਟ੍ਰਿਗਨੋਮੈਟ੍ਰਿਕ ਰੇਸ਼ੋ ਆ, ਉਹਦੀ ਵੈਲਿਊ ਲਿਖਣ ਜਾ ਰਹੇ ਹਾਂ ਕਿ ਉਹਦੀ ਟੇਬਲ ਵੈਲਿਊ ਕੀ ਹੋਏਗੀ। ਸਾਈਨ ਥੀਟਾ, ਸਭ ਤੋਂ ਪਹਿਲਾਂ ਅਗਰ ਅਸੀਂ 0 ਨੂੰ ਕਿਸੇ ਵੀ ਚੀਜ਼ ਦੇ ਨਾਲ ਡਿਵਾਈਡ ਕਰਦੇ ਹਾਂ ਤਾਂ ਉਹਦਾ ਆਨਸਰ ਓਬਵੀਅਸਲੀ ਸਭ ਨੂੰ ਪਤਾ ਹੈ ਕਿ 0 ਹੀ ਹੋਏਗਾ। ਐਂਡ ਉਹਦਾ ਅੰਡਰ ਰੂਟ ਵੀ 0 ਦੇ ਇਕੁਅਲ ਹੀ ਹੋਏਗਾ, ਇਸ ਕਰਕੇ 0। ਹੁਣ ਇਹਨਾਂ ਦੇ ਉੱਪਰ ਜਿਹੜੇ ਐਂਗਲਸ ਹੈ, ਸਭ ਤੋਂ ਪਹਿਲਾਂ 0 ਡਿਗਰੀ, 30, 45 ਡਿਗਰੀ, 60 ਡਿਗਰੀ ਐਂਡ 90 ਡਿਗਰੀ। ਸਭ ਤੋਂ ਵੱਧ ਯੂਜ਼ ਹੋਣ ਵਾਲੇ ਐਂਗਲ ਇਹੀ ਆ। ਔਰ ਇਹਨਾਂ ਨੂੰ ਪਾਈ ਬਾਏ ਦੀ ਲੈਂਗੁਏਜ ਦੇ ਵਿੱਚ ਲਿਖਣਾ ਹੋਵੇ ਤਾਂ ਦਿਸ ਇਜ਼ ਪਾਈ ਬਾਏ 6। 30 ਡਿਗਰੀ ਨੂੰ ਕਹਿੰਦੇ ਆ ਪਾਈ ਬਾਏ 6, 45 ਨੂੰ ਕਹਿੰਦੇ ਆ ਪਾਈ ਬਾਏ 4, 60 ਡਿਗਰੀ ਨੂੰ ਕਹਿੰਦੇ ਆ ਪਾਈ ਬਾਏ 3 ਐਂਡ 90 ਡਿਗਰੀ ਨੂੰ ਕਹਿੰਦੇ ਆ ਪਾਈ ਬਾਏ 2। ਡਨ। ਨਾਓ ਹੁਣ ਅਸੀਂ ਇਹਨਾਂ ਤੋਂ ਸਾਈਨ ਥੀਟੇ ਦੀ ਵੈਲਿਊ ਬਣਾਉਣੀ। ਸਿਰਫ ਸਾਈਨ ਦੀ ਬਣਾਉਣ ਦੀ ਲੋੜ ਆ ਕਿਉਂਕਿ ਬਾਕੀ ਜਿਹੜੀਆਂ ਆਪਣੇ ਆਪ ਹੀ ਬਣ ਜਾਣੀਆਂ। ਸਾਈਨ ਥੀਟਾ 0 ਹੋ ਗਿਆ। ਹੁਣ ਦੇਖੋ, ਅਗਰ ਅਸੀਂ 1 ਦਾ ਅੰਡਰ ਰੂਟ ਕਰੀਏ ਤਾਂ ਉਹ 1 ਦੇ ਇਕੁਅਲ ਹੁੰਦਾ ਆ, ਔਰ ਅਗਰ ਅਸੀਂ ਅੰਡਰ ਦੀ ਰੂਟ 4 ਕਰੀਏ ਤਾਂ ਉਹ 2 ਦੇ ਇਕੁਅਲ ਹੁੰਦਾ ਹੈ, ਤਾਂ ਸਭ ਨੂੰ ਪਤਾ ਹੀ ਆ। ਦੈਨ ਕਿੰਨਾ ਆਇਆ ਇਹਦਾ ਆਨਸਰ? 1/2, ਜਾਣੀ ਕਿ 30 ਡਿਗਰੀ ਸਾਈਨ 30 ਡਿਗਰੀ ਦੀ ਵੈਲਿਊ ਹੋ ਗਈ 1/2। ਸਿਮਿਲਰਲੀ ਨੈਕਸਟ ਸਟੈਪ 'ਤੇ ਅਗਰ ਅਸੀਂ ਜਾਈਏ ਤਾਂ 1/2 ਸੀਗਾ। ਹੁਣ 1 ਦਾ ਅੰਡਰ ਰੂਟ ਓਬਵੀਅਸਲੀ 1, ਔਰ ਅੰਡਰ ਦੀ ਰੂਟ 2 ਦਾ ਅੰਡਰ ਰੂਟ ਨਹੀਂ ਹੁੰਦਾ ਨਾ, ਤਾਂ ਉਹਨੂੰ ਐਜ਼ ਇਟ ਇਜ਼ ਹੀ ਰਹਿਣ ਦਿਓ। ਨੈਕਸਟ ਅਗਰ ਅੰਡਰ ਦੀ ਰੂਟ 3 ਦਾ ਦੇਖੀਏ ਤਾਂ ਨਹੀਂ ਹੋ ਸਕਦਾ, ਪੋਸੀਬਲ ਨਹੀਂ ਆ, ਔਰ ਅੰਡਰ ਦੀ ਰੂਟ 4 ਦਾ 2। ਇਸ ਦਾ ਮਤਲਬ ਕੀ ਆ ਕਿ 60 ਸਾਈਨ 60 ਡਿਗਰੀ ਉਹਦੀ ਵੈਲਿਊ ਕਿੰਨੀ ਹੋ ਗਈ? ਅੰਡਰ ਦੀ ਰੂਟ 3/2। ਔਰ 1 ਡਿਵਾਈਡ 1 ਇਜ਼ ਇਕਲ ਟੂ 1 ਐਂਡ ਅੰਡਰ ਦੀ ਰੂਟ 1 ਇਜ਼ ਇਕਲ ਟੂ 1 ਦੇ ਬਰਾਬਰ। ਦੈਨ 90 ਡਿਗਰੀ ਦੀ ਵੈਲਿਊ ਹੋ ਗਈ 1। ਸਿੰਪਲ। ਸਾਈਨ 0 ਡਿਗਰੀ 0 ਦੇ ਬਰਾਬਰ, ਸਾਈਨ 30 ਜਾਨੀ ਸਾਈਨ ਪਾਈ ਬਾਏ 6 ਦੀ ਵੈਲਿਊ ਹੋ ਗਈ 1/2, ਸਾਈਨ 45 ਦੀ ਵੈਲਿਊ ਹੋ ਗਈ 1 ਬਾਏ ਅੰਡਰ ਦੀ ਰੂਟ 2, ਸਾਈਨ 60 ਡਿਗਰੀ ਦੀ ਵੈਲਿਊ ਹੋ ਗਈ ਅੰਡਰ ਦੀ ਰੂਟ 3/2 ਐਂਡ 90 ਦੀ ਵੈਲਿਊ ਹੋ ਗਈ 1। ਬਸ ਅਗਰ ਸਾਨੂੰ ਸਾਈਨ ਥੀਟੇ ਦੀ ਵੈਲਿਊ ਪਤਾ ਲੱਗ ਗਈ ਆ ਸਾਰੀਆਂ ਐਂਗਲਸ ਦੇ ਉੱਤੇ, ਬਹੁਤ ਆਸਾਨ ਆ। ਅਗਲੇ ਥੀਟੇ ਦੀ ਵੈਲਿਊ ਕੁਛ ਨਹੀਂ ਕਰਨਾ, ਸਿਰਫ ਇੱਧਰੋਂ ਉਲਟਾ ਚੱਲੋ। ਇੱਧਰ 1, ਇੱਧਰ ਪਾਈ ਬਾਏ ਅੰਡਰ ਦੀ ਰੂਟ 3/2, ਦਿਸ 1 ਬਾਏ ਅੰਡਰ ਦੀ ਰੂਟ 2, 1/2 ਐਂਡ 0। ਸਿਰਫ ਇਹਨੂੰ ਉਲਟਾ ਲਿਖ ਦਿਓ, ਨਥਿੰਗ। ਨੈਕਸਟ ਹੈ ਟੇਂਜੈਂਟ ਥੀਟਾ। ਸਿਰਫ ਆਹ 3 ਦੱਸੂਗੀ, ਬਾਕੀ ਬੜਾ ਈਜ਼ੀ ਆ ਸਮਝਣਾ। ਹੁਣ ਦੇਖੋ, ਇੱਕ ਚੀਜ਼ ਯਾਦ ਰੱਖਿਓ ਕਿ ਟੇਂਜੈਂਟ ਥੀਟਾ ਜਿਹੜਾ ਹੁੰਦਾ ਆ ਉਹ ਹੁੰਦਾ ਆ ਸਾਈਨ ਥੀਟਾ ਡਿਵਾਈਡ ਕਾਸ ਥੀਟਾ। ਆਹ ਫਾਰਮੂਲਾ ਸਾਡੇ ਕੋਲ। ਹੁਣ ਅਗਰ ਸਾਈਨ ਥੀਟਾ ਟੇਂਜੈਂਟ ਮੈਂ ਥੀਟਾ 0 ਡਿਗਰੀ 'ਤੇ ਪਤਾ ਕਰਨਾ ਆ ਤਾਂ ਸਾਈਨ ਥੀਟਾ ਕਿੰਨਾ ਸੀਗਾ? 0। ਔਰ ਟੇਂਜੈਂਟ ਕਾਸ ਥੀਟਾ 0 'ਤੇ ਕਿੰਨਾ ਸੀਗਾ? 1, ਜਾਣੀ ਕਿ ਕਿੰਨੀ ਵੈਲਿਊ ਹੋ ਗਈ? 0 ਡਿਵਾਈਡ 1, ਔਰ 0 ਡਿਵਾਈਡ 1 ਕਰੀਏ ਤਾਂ 0 ਹੀ ਆਨਸਰ ਆਏਗਾ। ਇਸ ਕਰਕੇ ਇੱਥੇ ਆ ਗਿਆ 0। ਸਿਰਫ ਡਿਵਾਈਡ ਕਰੀ ਜਾਓ, ਕੁਛ ਨਹੀਂ ਕਰਨਾ। ਹੁਣ ਦੇਖੋ, ਇੱਥੇ ਸੀਗਾ 1/2, 1/2 ਡਿਵਾਈਡ ਅੰਡਰ ਦੀ ਰੂਟ 3/2। ਠੀਕ ਹੈ। ਅਗਰ ਆ ਦੇਖਿਆ ਦੋਨੇ ਕੱਟ ਗਏ ਤਾਂ ਕਿੰਨਾ ਆਨਸਰ ਆ ਗਿਆ ਸਾਡੇ ਕੋਲ? 1 ਬਾਏ ਅੰਡਰ ਦੀ ਰੂਟ 3। ਸਮਝ ਗਏ ਨਾ।
ਹੁਣ ਦੇਖੋ ਆ ਸਾਰਾ ਕੁਝ ਕੱਟ ਗਿਆ ਤਾਂ ਇੱਥੇ 1 ਆ ਗਿਆ। ਸਿਮਿਲਰਲੀ ਇੱਥੇ √3 ਆ ਗਿਆ। ਔਰ ਕਿਸੇ ਵੀ ਚੀਜ਼ ਨੂੰ ਆਪਾਂ 0 ਦੇ ਨਾਲ ਨਹੀਂ ਡਿਵਾਈਡ ਕਰ ਸਕਦੇ ਤਾਂ ਇੱਥੇ ਕੀ ਆ ਜਾਏਗਾ, ਨਾਟ ਡਿਫਾਈਨ। ਓਕੇ, ਬਹੁਤ ਸਿੰਪਲ ਗੱਲ ਆ ਸਾਈਨ, ਕਾਸ ਤੇ ਟੇਂਜੈਂਟ ਦੀਆਂ ਟੇਬਲ ਬਣਾਉਣਾ, ਬਹੁਤ ਸਿੰਪਲ ਆ। ਇਹ ਹਮੇਸ਼ਾ +1 +2 ਦੇ ਵਿੱਚ ਯੂਜ਼ ਹੋਏਗਾ। ਔਰ ਇੱਦਾਂ ਨਹੀਂ ਕਿ ਸਿਰਫ ਟ੍ਰਿਗਨੋਮੈਟਰੀ ਦੇ ਚੈਪਟਰ 'ਚ ਯੂਜ਼ ਹੋਣਾ, ਇਹ ਬਹੁਤ ਚੈਪਟਰਾਂ 'ਚ ਯੂਜ਼ ਹੁੰਦਾ, ਇਸ ਕਰਕੇ ਇਹਨੂੰ ਬਹੁਤ ਧਿਆਨ ਦੇ ਨਾਲ ਸਿੱਖ ਲਓ। ਹੁਣ ਅਗਰ ਮੈਂ ਟੀ ਰੇਸ਼ੋ, ਹੁਣ ਆਪਾਂ ਤਾਂ 3 ਕਰ ਲੈ, ਬਾਕੀ 3 ਬਚੇ ਉਹਨਾਂ ਦਾ ਕੀ? ਉਹ ਦੇਖੋ ਬਹੁਤ ਆਸਾਨ ਆ। ਜਿਹੜਾ ਸਾਈਨ ਥੀਟਾ ਹੁੰਦਾ ਆ ਨਾ, ਉਹ ਹਮੇਸ਼ਾ ਕੋਸੀਕੈਂਟ ਥੀਟਾ ਦੇ ਉਲਟ ਹੁੰਦਾ ਆ, ਠੀਕ ਹੈ। ਤੇ ਕਾਸ ਥੀਟਾ ਜਿਹੜਾ ਹੁੰਦਾ ਆ ਉਹ ਹਮੇਸ਼ਾ 1/ਸੀਕੈਂਟ ਥੀਟਾ, ਸੀਕੈਂਟ ਥੀਟਾ ਦੇ ਉਲਟ ਹੁੰਦਾ ਆ। ਔਰ ਟੇਂਜੈਂਟ ਥੀਟਾ ਜਿਹੜਾ ਉਲਟ ਹੁੰਦਾ ਆ ਕਾਟ ਥੀਟਾ ਦੇ। ਬਸ ਆ ਸਿੰਪਲ ਜਿਹੀਆਂ ਗੱਲਾਂ ਚੇਤੇ ਰੱਖਣ ਦੀ ਜ਼ਰੂਰਤ ਆ। ਹੁਣ ਦੇਖੋ, ਅਗਰ ਮੈਂ ਸਾਈਨ 30 ਦੀ ਵੈਲਿਊ ਲਿਖ ਰਹੀ ਹਾਂ, ਜਾਣੀ ਕਿ ਅਗਰ ਮੇਰੇ ਕੋਲ ਸਾਈਨ 30 ਦੀ ਵੈਲਿਊ 1/2 ਆ, ਤਾਂ ਕੋਸੀਕੈਂਟ 30 ਦੀ ਵੈਲਿਊ ਕਿੰਨੀ ਹੋਏਗੀ? 30 ਡਿਗਰੀ ਦੀ ਵੈਲਿਊ ਕਿੰਨੀ ਹੋਏਗੀ? ਹੁਣ ਬਹੁਤ ਸਿੰਪਲ ਚੀਜ਼ ਹੈ, ਅਗਰ ਇਹ ਤੋਂ ਉਲਟਿਆ ਤਾਂ ਆ ਵੀ ਉਲਟ ਜਾਏਗਾ, ਤਾਂ ਕੋਸੀਕੈਂਟ 30 ਡਿਗਰੀ ਦੀ ਵੈਲਿਊ ਹੋ ਗਈ 2। ਸਿੰਪਲ ਆ ਨਾ। ਤਾਂ ਹੁਣ ਜਿਹੜੀਆਂ ਵੀ ਸਾਈਨ ਦੀਆਂ ਵੈਲਿਊਜ਼ ਆ, ਕੋਸੀਕੈਂਟ ਦੀਆਂ ਉਹੀ ਵੈਲਿਊਜ਼ ਉਹ ਤੋਂ ਉਲਟ ਹੋ ਜਾਣਗੀਆਂ। ਸਿਮਿਲਰਲੀ ਕਾਸ ਐਂਡ ਟੇਂਜੈਂਟ ਦਾ ਹੋ ਜਾਏਗਾ, ਗੱਲ ਖਤਮ। ਸਾਰੇ ਦੇ ਸਾਰੇ ਜਿਹੜੀਆਂ ਟੀ ਰੇਸ਼ੋਜ਼ ਆ ਉਹਨਾਂ ਦੇ ਐਂਗਲਸ ਦੀਆਂ ਵੈਲਿਊਜ਼ ਇੱਦਾਂ ਹੀ ਪਤਾ ਕਰਨੀਆਂ, ਠੀਕ ਹੈ। ਇਹ ਟੇਬਲ ਬਹੁਤ ਕੰਮ ਆਉਣ ਵਾਲੀ ਚੀਜ਼ ਹੈ, ਬਹੁਤ ਆਸਾਨ ਹੈ ਇਹਨੂੰ ਬਣਾਉਣਾ, ਤੇ ਉਹ ਫਟਾਫਟ ਬਣ ਜਾਏਗਾ। ਨਾਓ ਨੈਕਸਟ ਆਪਾਂ ਜਾਣਾਂਗੇ ਕਿ ਕੁਆਡਰੈਂਟ ਕੀ ਹੁੰਦੇ ਆ। ਬਹੁਤ ਜ਼ਰੂਰੀ ਆ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਦੇ ਵਿੱਚ ਕੁਆਡਰੈਂਟ ਬਾਰੇ ਜਾਣਨਾ, ਕਿਉਂਕਿ ਇਹਦੇ ਨਾਲ ਹੀ ਅੱਗੇ ਸਾਨੂੰ ਪਤਾ ਚੱਲੇਗਾ ਕਿ ਉਹਨਾਂ ਦੀ ਪ੍ਰਿੰਸੀਪਲ ਵੈਲਿਊ ਕੀ ਹੁੰਦੀ ਆ। ਹੁਣ ਦੇਖੋ ਆ ਸਿੰਪਲ ਚੀਜ਼ ਆ, ਕਾਹਦਾ ਐਂਗਲ ਹੈ? ਸਭ ਨੂੰ ਪਤਾ ਕਿ 90 ਡਿਗਰੀ ਦਾ ਐਂਗਲ ਹੈ। ਔਰ ਅਗਰ ਆਪਾਂ ਇਹ ਤੋਂ ਅੱਗੇ ਚੱਲਾਂਗੇ ਦੈਨ ਇਹ ਕਿ ਤੋਂ ਹੋਏਗਾ 90 ਪਲੱਸ ਹੋ ਜਾਏਗਾ। ਤਾਂ ਇਸੇ ਤਰ੍ਹਾਂ ਆ ਹੈਗਾ ਫਰਸਟ ਕੁਆਡਰੈਂਟ, ਦੈਟ ਦਿਸ ਇਜ਼ ਯੂਅਰ ਸੈਕਿੰਡ ਕੁਆਡਰੈਂਟ, ਥਰਡ ਐਂਡ ਫੋਰਥ। ਓਕੇ, ਨਾਓ ਅਗਰ ਫਰਸਟ ਕੁਆਡਰੈਂਟ ਆ ਤਾਂ ਇਹਦੇ ਵਿੱਚ ਆਉਂਦਾ ਹਮੇਸ਼ਾ 90 ਡਿਗਰੀ ਮਾਈਨਸ ਥੀਟਾ। 90 ਡਿਗਰੀ ਜਾਣੀ ਕਿ π/2। ਚੇਤੇ ਰੱਖਣਾ ਤੁਸੀਂ, ਪਾਈ ਵਾਲੀਆਂ ਵੈਲਿਊਜ਼ ਵੀ ਇਹਦੇ ਵਿੱਚ ਹੀ ਆਉਣਗੀਆਂ, ਠੀਕ ਹੈ। ਕਿਉਂਕਿ ਦੇਖੋ 90 ਤੋਂ ਛੋਟਾ ਹੈ ਤਾਂ 90 ਡਿਗਰੀ ਮਾਈਨਸ ਥੀਟਾ। ਔਰ ਅਗਰ ਆਪਾਂ ਇਹ ਤੋਂ ਅੱਗੇ ਚੱਲੀਏ ਤਾਂ ਕੀ ਹੋ ਜਾਏਗਾ? 90 ਡਿਗਰੀ ਪਲੱਸ ਥੀਟਾ। ਔਰ ਆ ਜੇ ਕਾਹਦਾ ਐਂਗਲ ਹੁੰਦਾ? ਸਭ ਨੂੰ ਪਤਾ ਹੈ 180 ਦਾ ਐਂਗਲ ਹੁੰਦਾ, ਠੀਕ ਹੈ। ਤਾਂ ਅਗਰ ਆ 180 ਵਾਲੀ ਲਾਈਨ ਹੈ ਤਾਂ ਇਹ ਤੋਂ ਉੱਪਰ ਹੈ, ਇਹਦਾ ਮਤਲਬ 180 ਡਿਗਰੀ ਮਾਈਨਸ ਥੀਟਾ। ਬਹੁਤ ਜ਼ਰੂਰੀ ਗੱਲ ਹੈ, ਬਹੁਤ ਚੀਜ਼ ਯੂਜ਼ ਹੁੰਦੀ ਆ ਆਹ ਵਾਲੀ, ਠੀਕ ਹੈ। ਅਗਰ ਇਹ ਤੋਂ ਉੱਪਰ ਜਾਈਏ, ਨੀਚੇ ਚੱਲ ਜਾਈਏ ਤਾਂ 180 ਡਿਗਰੀ ਪਲੱਸ ਥੀਟਾ, ਕਿਉਂਕਿ ਇਹ 180 ਵਾਲੀ ਲਾਈਨ ਤੋਂ ਨੀਚੇ ਆ ਗਿਆ। ਦੈਨ 270 ਡਿਗਰੀ ਮਾਈਨਸ ਥੀਟਾ। ਸਿਮਿਲਰਲੀ ਇਹਦੇ ਵਿੱਚ 270 ਡਿਗਰੀ प्लस थीटा और 360 डिग्री माइनस थीटा, और ऊपर चले गया था 360 डिग्री प्लस थीटा। बहुत ईजी आ, 4 क्वाड्रेंट आ। और इन्हां दियां वैल्यूज़ ध्यान नाल सुनना। हुण इन्हां दियां वैल्यूज़ एक फार्मूला चेते कर लो, बहुत आसान आ। आफ्टर स्कूल टू कॉलेज, ठीक है, आफ्टर स्कूल टू कॉलेज। हुण आफ्टर ਦੀ ए ਲਈ ਉਹਦਾ ਮਤਲਬ ਕੀ ਆ? ਆਲ ਪੋਜ਼ਿਟਿਵ, ਜਾਣੀ ਕਿ ਜਿੰਨੇ ਵੀ ਸਾਈਨ, ਕਾਸ, ਟੇਂਜੈਂਟ ਜੋ ਵੀ ਇਹਦੇ ਵਿੱਚ ਆਏਗਾ ਉਹਦੀ ਸਾਰਿਆਂ ਦੀ ਵੈਲਿਊ ਫਰਸਟ ਕੁਆਡਰੈਂਟ ਦੇ ਵਿੱਚ ਪੋਜ਼ਿਟਿਵ ਹੋਏਗੀ। ਇਸ ਦਾ ਮਤਲਬ ਕੀ ਆ? ਸਿੰਪਲ ਚੀਜ਼ ਹੈ। ਇਸ ਦਾ ਮਤਲਬ ਹੈ ਸਾਈਨ ਥੀਟਾ। ਔਰ ਸਾਈਨ ਦਾ ਉਲਟਾ ਕੀ ਆ? ਕੋਸੀਕੈਂਟ ਥੀਟਾ। ਹੁਣੇ ਪੜਿਆ ਨਾ। ਇਹਦਾ ਮਤਲਬ ਸੈਕਿੰਡ ਕੁਆਡਰੈਂਟ ਦੇ ਵਿੱਚ ਸਾਈਨ ਔਰ ਕੋਸੀਕੈਂਟ ਦੀਆਂ, ਜਸਟ ਸਾਈਨ ਔਰ ਕੋਸੀਕੈਂਟ ਦੀਆਂ ਜਿੰਨੀਆਂ ਵੈਲਿਊਜ਼ ਹੋਣਗੀਆਂ ਉਹ ਪੋਜ਼ਿਟਿਵ ਹੋਣਗੀਆਂ। ਸਿਮਿਲਰਲੀ ਟੀ ਦਾ ਮਤਲਬ ਟੇਂਜੈਂਟ ਥੀਟਾ, ਔਰ ਟੇਂਜੈਂਟ ਦਾ ਆਪੋਜ਼ਿਟ ਕੀ ਆ? ਕਾਟ ਥੀਟਾ। ਇਹਦਾ ਮਤਲਬ ਟੇਂਜੈਂਟ ਤੇ ਕਾਟ ਜਿਹੜੇ ਇਹਦੇ ਵਿੱਚ ਪੋਜ਼ਿਟਿਵ ਹੋਣਗੇ। ਐਂਡ ਐਚ ਕੀ ਰਹਿ ਗਿਆ ਫਿਰ? ਕਾਸ ਥੀਟਾ ਔਰ ਸੀਕੈਂਟ ਥੀਟਾ, ਇਹ ਦੋਨੇ ਹੀ ਪੋਜ਼ਿਟਿਵ ਹੋਣਗੇ। ਓਕੇ, ਡਨ। ਹੁਣ ਇਹਨਾਂ ਦੇ ਹਿਸਾਬ ਦੇ ਨਾਲ ਹੀ ਵੈਲਿਊਜ਼ ਜਿਹੜੀਆਂ ਆ ਉਹ ਚੇਂਜ ਹੁੰਦੀਆਂ ਆ। ਹੁਣ
ਬਹੁਤ ਜ਼ਰੂਰੀ ਹੈ ਇੱਕ ਚੀਜ਼ ਹੋਰ ਧਿਆਨ 'ਚ ਰੱਖਣਾ ਹੈ ਕੁਆਡਰੈਂਟ ਵਾਲੀ ਚੀਜ਼ ਦੇ ਵਿੱਚ ਕਿ ਅਗਰ ਤੁਸੀਂ ਸਾਈਨ ਥੀਟਾ ਅਗਰ ਤੁਸੀਂ ਲਾਓਗੇ ਸਾਈਨ 90 ਡਿਗਰੀ ਮਾਈਨਸ ਜਾਂ ਪਲੱਸ ਕੋਈ ਵੀ ਲੈ ਲਓ ਥੀਟਾ ਤਾਂ ਉਹਦੀ ਟੀ ਰੇਸ਼ੋ ਮਤਲਬ ਟ੍ਰਿਗਨੋਮੈਟ੍ਰਿਕ ਰੇਸ਼ੋ ਉਹ ਚੇਂਜ ਹੋ ਜਾਏਗੀ। ਚੇਂਜ ਕਿੱਦਾਂ ਹੁੰਦੀ ਉਹ ਵੀ ਮੈਂ ਤੁਹਾਨੂੰ ਦੱਸੂਗੀ। ਔਰ ਅਗਰ ਤੁਸੀਂ ਸਾਈਨ ਕੱਲਾ ਸਾਈਨ ਹੀ ਨਹੀਂ ਕੋਈ ਵੀ ਟੀ ਰੇਸ਼ੋ ਠੀਕ ਹੈ 90 ਡਿਗਰੀ ਦੇ ਐਂਗਲ ਦੇ ਉੱਤੇ ਅਗਰ ਤੁਸੀਂ 270 ਡਿਗਰੀ ਲੈਂਦੇ ਆ ਪਲੱਸ ਔਰ ਮਾਈਨਸ ਥੀਟਾ ਤਾਂ ਉਹਦੀ ਵੀ ਟੀ ਰੇਸ਼ੋ ਚੇਂਜ ਹੋ ਜਾਏਗੀ। ਹੁਣ ਟੀ ਰੇਸ਼ੋ ਕਿੱਦਾਂ ਚੇਂਜ ਹੁੰਦੀ ਆ ਤੁਸੀਂ ਆਪੋਜ਼ਿਟ ਤਾਂ ਸਮਝ ਲੈ ਕਿ ਸਾਈਨ ਕੋਸੀਕੈਂਟ ਦਾ ਉਲਟ ਹੁੰਦਾ ਆ ਸਾਰੇ ਸਮਝ ਲੈ ਨਾ। ਹੁਣ ਟੀ ਰੇਸ਼ੋ ਕਿੱਦਾਂ ਚੇਂਜ ਹੁੰਦੀ ਆ ਉਹ ਦੇਖੋ। ਟੀ ਰੇਸ਼ੋ ਚੇਂਜ ਹੋਣ ਦੇ ਲਈ ਸਾਈਨ ਥੀਟਾ ਜਿਹੜਾ ਆ ਉਹ 90 ਡਿਗਰੀ ਪਲੱਸ ਔਰ ਮਾਈਨਸ ਥੀਟਾ ਠੀਕ ਹੈ ਸਾਈਨ ਜਿਹੜਾ 90 ਡਿਗਰੀ ਦੇ ਐਂਗਲ ਦੇ ਉੱਤੇ ਇਹ ਚੇਂਜ ਹੁੰਦਾ ਆ ਕੌਸ ਥੀਟੇ ਦੇ ਵਿੱਚ। ਓਕੇ ਇਸੇ ਤਰ੍ਹਾਂ ਅਗਰ ਮੈਂ ਲਿਖਾਂ ਸਾਈਨ 270 ਡਿਗਰੀ ਪਲੱਸ ਔਰ ਮਾਈਨਸ ਥੀਟਾ ਇਹ ਵੀ ਚੇਂਜ ਹੁੰਦਾ ਆ ਕੌਸ ਥੀਟੇ। ਟੀ ਰੇਸ਼ੋ ਚੇਂਜ ਦਾ ਸਮਝ ਲੱਗੀ ਨਾ। ਸਾਈਨ ਨੇ ਚੇਂਜ ਹੋਣਾ ਕੌਸ ਦੇ ਵਿੱਚ ਔਰ ਕੌਸ ਨੇ ਸਿਮਿਲਰਲੀ 90 ਡਿਗਰੀ ਮੈਂ 90 ਡਿਗਰੀ ਦਾ ਕਰਕੇ ਦਿਖਾ ਦਿੰਦੀ ਕਿਉਂਕਿ 270 ਬਿਲਕੁਲ ਸਿਮਿਲਰ ਆ ਉਹ ਚੇਂਜ ਹੋ ਜਾਂਦਾ ਆ ਸਾਈਨ ਥੀਟੇ 'ਚ। ਓਕੇ ਇਸੇ ਤਰ੍ਹਾਂ ਸਾਈਨ ਕੌਸ ਹੋ ਗਿਆ ਸੀਕੈਂਟ ਨੇ ਚੇਂਜ ਹੋ ਜਾਣਾ 90 ਡਿਗਰੀ ਪਲੱਸ ਮਾਈਨਸ ਥੀਟਾ ਕੋਸੀਕੈਂਟ ਦੇ ਵਿੱਚ ਠੀਕ ਹੈ। ਕੋਸੀਕੈਂਟ ਨੇ ਸੀਕੈਂਟ ਨੇ ਕੋਸੀਕੈਂਟ 'ਚ ਔਰ ਲਾਸਟ ਵਨ ਟੇਂਜੈਂਟ ਥੀਟੇ ਨੇ ਚੇਂਜ ਹੋ ਜਾਣਾ ਕੌਟ ਥੀਟੇ 'ਚ। ਸਿਮਿਲਰਲੀ 270 ਜਾਣੀ ਕਿ ਕੀ ਸਮਝ ਲੱਗਾ ਇਹ ਤੋਂ ਕਿ ਜਿੰਨੇ ਵੀ 90 ਡਿਗਰੀ ਦੇ ਨਾਲ ਥੀਟੇ ਆਉਂਦੇ ਆ ਔਰ 270 ਡਿਗਰੀ ਦੇ ਨਾਲ ਥੀਟੇ ਆਉਂਦੇ ਆ ਇਹਨਾਂ ਦੇ ਨਾਲ ਸਾਡੀ ਟੀ ਰੇਸ਼ੋ ਚੇਂਜ ਹੋ ਜਾਂਦੀ ਆ ਤੇ 180 ਐਂਡ 360 ਦੇ ਨਾਲ ਟੀ ਰੇਸ਼ੋ ਚੇਂਜ ਨਹੀਂ ਹੁੰਦੀ। ਓਕੇ ਇਹ ਸਾਡਾ ਪੂਰਾ ਟੌਪਿਕ ਹੈ ਇਹ ਸਿਰਫ ਟ੍ਰਿਗਨੋਮੈਟਰੀ ਨੂੰ ਸਮਝਣ ਵਾਸਤੇ ਆ ਕੁਐਸਚਨ ਤਾਂ ਆਪਾਂ ਇਸ ਤੋਂ ਅੱਗੇ ਕਰਾਂਗੇ। ਓਕੇ ਥੈਂਕ ਯੂ। ਨੈਕਸਟ ਪਾਰਟ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਟ੍ਰਿਗਨੋਮੈਟ੍ਰਿਕ ਇਨਵਰਸ ਟ੍ਰਿਗਨੋਮੈਟ੍ਰਿਕ ਦਾ ਫਸਟ ਪਾਰਟ ਆਪਾਂ ਸੋਲਵ ਕਰਾਂਗੇ ਕਿ ਉਹਦੀ ਪ੍ਰਿੰਸੀਪਲ ਵੈਲਿਊ ਕਿੱਦਾਂ ਸੋਲਵ ਕਰਨੀ ਇਸ ਚੀਜ਼ਾਂ ਨੂੰ ਯੂਜ਼ ਕਰਕੇ। ਆ ਸਾਰੀਆਂ ਜੋ ਚੀਜ਼ਾਂ ਆ ਨਾ ਟੇਬਲ ਵੈਲਿਊ ਕੁਆਡਰੈਂਟ ਇਹਨਾਂ ਨੂੰ ਯੂਜ਼ ਕਰਕੇ ਆਪਾਂ ਕਿੱਦਾਂ ਇਨਵਰਸ ਟ੍ਰਿਗਨੋਮੈਟ੍ਰਿਕ ਦੇ ਸਮ ਨੂੰ ਸੋਲਵ ਕਰਾਂਗੇ। ਓਕੇ ਡਨ ਥੈਂਕ ਯੂ ਸੋ ਮਚ।